मैं आप जी नूं ये जानकारी देनी चाहांगा कि ये जो 100 साखी ग्रंथ है ना, इस विच भविख दीआं साखियां सतगुरु पातशाह जी ने बचन कहे हैं। वो साखियां हैं 15 नंबर, 23 नंबर, 24 नंबर, 27 नंबर, 28 नंबर, 41 नंबर, 49 नंबर ते 51 नंबर, 59 नंबर, 60, 61, 65, 66, 70, 71, 80, 82, 83 ਤੇ 84 ਸਾਖੀ ਖਾਸ ਤੌਰ ਤੇ ਜਿਸ ਦਾ ਨਾਮ ਭੂਪਨਾਮਾ ਹੈ। ਉਸ ਵਿੱਚ ਰਾਜ ਦੀ ਗੱਲ ਕਹੀ ਗਈ ਹੈ। ਉਸ ਵਿੱਚ ਐਸੇ ਵੀ ਬਚਨ ਸਤਿਗੁਰੂ ਪਾਤਸ਼ਾਹ ਜੀ ਦੇ ਆਏ ਹਨ ਭਈ ਹੁਣੇ ਅਸੀਂ ਕਾਹਲੀ ਨਹੀਂ ਕਰਨੀ। ਪਹਿਲਾਂ ਔਰੰਗੇ ਦਾ ਰਾਜ ਹਾਲੇ 40 ਸਾਲ ਰਹਿੰਦਾ ਸੀ ਤੇ ਉਸ ਨੂੰ ਜਾਣਾ ਪਿਆ ਇੱਥੋਂ, ਉਹਦੀਆਂ ਕੰਮਾਂ ਕਰਕੇ, ਕਰਤੂਤਾਂ ਕਰਕੇ ਉਹ ਅੱਗੇ ਜ਼ੁਲਮ ਉਹਦਾ ਹੱਦ ਤੋਂ ਪਰੇ ਵੱਧ ਗਿਆ। ਤੋ ਜੀ ਹੁਣ ਆਪਾਂ ਖਾਲਸਾ ਅਵਤਾਰ ਸਿੰਘ ਜੀ ਤੋਂ ਅੱਗੇ ਦਾ ਜੋ ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਭਵਿੱਖ ਫਿਊਚਰ ਬਾਰੇ ਲਿਖਿਆ ਜੀ, ਉਹਦੇ ਬਾਰੇ ਆਪਾਂ ਜਾਣਦੇ ਹਾਂ। ਗੁਰੂ ਨਾਨਕ ਸਾਹਿਬ ਜੀ ਮੱਕੇ ਸ਼ਰੀਫ ਵਿੱਚ ਕਾਜੀ ਰੁਕਨਦੀਨ ਜੀ ਨੂੰ ਕਹਿ ਰਹੇ ਹਨ ਕਿ ਕਾਜੀ ਜੀ, ਮੈਨੂੰ ਖਾਲਸਾ ਸਜਾਉਣੇ ਵਾਸਤੇ ਮੁੜ ਆਉਣਾ ਪਵੇਗਾ ਅਤੇ ਪੰਜਾਬ ਵਿੱਚ ਸਿੱਖੀ ਦੀ ਹਰਿਆਵਲੀ ਕਰਨੀ ਪਵੇਗੀ। ਖਾਲਸੇ ਦਾ ਮੁੜ ਸਾਜਣਾ ਸਵਾਏ ਸਤਿਗੁਰ ਦੇ ਨਹੀਂ ਹੋ ਸਕਦਾ। ਚਾਰ ਵਰਨ ਇੱਕ ਰੂਪ ਕਰ, ਦੇਖ ਕਰੂੰ ਮੈਂ ਸਾਜ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਐਸੀ ਵਚਨ ਕਰਦੇ ਹਨ ਕਿ ਉਹ ਖਾਲਸਾ ਫਿਰ ਕਿਸ ਤਰ੍ਹਾਂ ਵਿਚਰੇਗਾ ਤੇ ਕਿਵੇਂ ਕਿਵੇਂ ਫਿਰ ਅੱਗੇ ਉਹਦੀ ਖਾਲਸੇ ਦੀ ਕਾਰਵਾਈ ਹੋਏਗੀ। ਸੋ ਆਪ ਸਰਵਣ ਕਰੋ। ਗੁਰੂ ਸਾਹਿਬ ਕਹਿ ਰਹੇ ਹਨ, ਮਾਝੇ ਵਿੱਚ ਹੋਣਗੇ ਲੁੱਟਣਗੇ ਲਾਹੌਰ, ਕੋਠੋ ਹਾਰ ਕੋ ਸੋਧ ਕੇ ਫਿਰ ਲੇਵੇਂ ਪਸ਼ੌਰ। ਜਲਾਲਾਬਾਦ ਕੋ जीत के काबल होसी जंग, काबल राज बहाल के गजनी को फिर ले। मुल्क हजारा सोध के कलार कूच करें, बलख बुखारा साध के फिर लेवें सिंध बलोच। उन मुल्कों को जीत के जब्त करे सब लोग। मक्का मदीना रोम को मरहट्टा भील फरंग, दक्षिण पूर्व हिंद के जीत करेगे जंग। दिल्ली तख्त पर बहेगी आप गुरु की फौज, छतर चुलेगा शीस पर बड़ी करेगी मौज। उदे अस्त लो हमी है, उदे अस्त लो हमी है, अवर न रहती कोय। रैयत होके मिलेगी सब धरती उपर जोए। सच्चे साहिब दे राज विच सतयुग होसी आन, आज्ञा चले पंथ की खाए न जम की बान। फौज फिरे अकाल की मकड़ी न्यायी होए, नीला बाना पैर के अवर न दीसै कोई। ਮੇਰਾ ਖਾਲਸਾ ਜੀ ਤੇ ਗੁਰੂ ਸਾਹਿਬ ਨੇ ਉਹਦੇ ਆਸਤ ਦਾ ਗੀਤ ਜ਼ਿਕਰ ਕੀਤਾ। ਇਹ ਵੀ ਜਾ ਵੀ ਇਹਨਾਂ ਦੇ ਰਾਜ ਵਿੱਚ ਵੀ ਜਿਵੇਂ ਅੰਗਰੇਜ਼ਾਂ ਦੇ ਰਾਜ ਵਿੱਚ ਕਿਹਾ ਜਾਂਦਾ ਕਿ ਸੂਰਜ ਨਹੀਂ ਸਿਰਦਾ ਸੀ, ਵੀ ਉਸ ਤਰ੍ਹਾਂ ਦਾ ਆਪਣਾ ਵੀ ਰਾਜ ਉਸ ਤਰ੍ਹਾਂ ਦੇ ਖੁੱਲੇ ਰਾਜ ਦੀ ਗੱਲ ਕਹੀ ਗਈ ਹੈ। ਉਹਦੇ ਅਸਤ ਲੋ ਹਮੀ ਹੈ, ਸਾਫ ਬਚਨ ਲਿਖੇ ਹਨ। ਉਹਦੇ ਦਾ ਅਸਤ ਹੈ ਵੀ ਜਦੋਂ ਸੂਰਜ ਜਿੱਥੋਂ ਨਿਕਲਦਾ ਤੇ ਜਿੱਥੇ ਜਾ ਕੇ ਅਲੋਪ ਹੋ ਜਾਂਦਾ, ਫਿਰ ਦੁਬਾਰਾ ਜਿੱਥੋਂ ਨਿਕਲਦਾ ਉਹ ਸਾਰਾ ਏਰੀਆ ਹੋ ਗਿਆ ਵਿਚਲਾ ਜੋ ਹੈ ਉਹ ਸਾਰੇ ਦਾ ਸਾਰਾ। ਤਾਂ ਫਿਰ ਵੇਖ ਲਓ ਵੀ ਉਹ ਜਿਸ ਰਾਜ ਵਿੱਚ ਛਿਪੇ ਹੀ ਨਾ ਦੇਣ, ਚੜਿਆ ਹੀ ਰਵੇ, ਇੱਕ ਬੰਨੇ ਛਿਪਦਾ ਦੂਸਰੇ ਬੰਨੇ ਚੜ ਜਾਵੇ। ਕਲਿੱਪ ਸਾਡੇ ਕੈਮਰਾਮੈਨ ਜੀ ਵੀ ਇਧਰੋਂ ਆ ਕੇ ਦਿਖਾ ਦੇਣਗੇ, ਸਹੀ ਸਾਈਡ ਤੋਂ ਜੀ ਆ ਮੜੀ ਕਲਿੱਪ ਆ ਕੇ ਦਿਖਾ ਦਿਓ ਵੀ ਜੋ ਸੰਗਤ ਨੂੰ ਇਹਨੂੰ ਜਾਣਕਾਰੀ ਮਿਲਦੀ। ਖਾਲਸਾ ਜੀ ਉਦੇ ਅਸਤ ਵਾਲੀ ਲੈਣ ਮਾੜੀ ਜੀ ਸੰਗਤ ਨੂੰ ਦਰਸ਼ਨ ਕਰਵਾ ਦਿਓ। ਉਦੇ ਅਸਤ ਲੋ ਹਮੀ ਹੈ ਅਵਰ ਨਾ ਰਹਿਸੀ ਕੋਈ। ਹਾਂਜੀ ਖਾਲਸਾ ਜੀ ਅੱਗੇ ਦਾ ਹਾਂਜੀ। ਰਈਅਤ ਹੋਏ ਕਿ ਮਿਲੇਗੀ ਸਭ ਧਰਤੀ ਉੱਪਰ ਜੋਏ। ਜਨਤਾ ਦੇ ਰੂਪ ਵਿੱਚ ਜੋ ਜੀਵ ਹੋਣ ਉਹ ਇਸ ਰਾਜ ਵਿੱਚ ਮਿਲਣਗੇ। ਤਾਂ ਗੁਰੂ ਸਾਹਿਬ ਕਹਿ ਰਹੇ ਹਨ, ਸੱਚੇ ਸਾਹਿਬ ਦੇ ਰਾਜ ਵਿੱਚ ਸਤਜੁਗ ਹੋਸੀ ਆਨ। ਸਤਜੁਗ ਵਰਗਾ ਉਹ ਸਮਾਂ ਹੋਏਗਾ। ਕਲਯੁਗ ਜੋ ਹੈ ਉਹ ਦੌੜ ਜਾਏਗਾ, ਇੱਕ ਸੱਚਾ ਰਾਜ ਹੋਏਗਾ। ਆਗਿਆ ਚਲੇ ਪੰਥ ਕੀ ਖਾਏ ਨ ਜਮ ਕੀ ਬਾਨ। ਫੌਜ ਫਿਰੇ ਅਕਾਲ ਕੀ ਮਕੜੀ ਨਿਆਈ ਹੋਏ। ਨੀਲਾ ਬਾਣਾ ਪਹਿਰ ਕੇ ਅਵਰ ਨ ਦੀਸੈ ਕੋਏ। ਸੁਨੋ ਕਾਜੀ ਰੁਕਨ ਦੀਨ ਸਿੰਘ ਕरेंगे राज। मलेश शेख खप जाएंगे पीर मुरीद सुहाब। इको नाम सब जपेंगे।
तब वेखण आवे आप। बेईमान कशोमती देख न सके प्रताप। रैयत होए सब मिलेगी सूबे थापे आप। धरती देवे अन्न धन पर्वत देंगे लाल। मेवे सब तर देंगे वेखे आप अकाल। वाहेगुरु सब जपेंगे मुक्त अपनी जान। धर्मशाल बहु होएगी छपे मुसीत कुरान। प्रगट होए आप प्रभु हर मंदिर में आए। नाम कहावे वाहेगुरु सिंह मिले तब धाए। सच्चा पुरख अखाए के दिल्ली बैठा आए। पातशाही सुख स्यों करे बैरी रहे ना काए। जिधर देखे खालसा कंपे 14 लोए। 14 सहंसर बरख लग ਰਾਜ ਐਸਾ ਹੀ ਹੋਏ। ਸਹੰਸਰ ਹਜ਼ਾਰ ਨੂੰ ਕਹਿੰਦੇ ਆ। 14,000 ਸਾਲ ਰਾਜ ਦਾ ਬਚਨ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਫਰਮਾਨ ਵਿੱਚ ਆਖਿਆ ਹੈ, ਕਿਹਾ ਹੈ। ਫਿਰ ਇਸ ਤੋਂ ਅੱਗੇ ਦਾ ਯਾਨੀ ਕਿ ਖਾਲਸਾ ਰਾਜ ਦਾ ਸਮਾਂ ਹੋਵੇਗਾ ਜੀ। ਹਾਂਜੀ, ਤੇ 14,000 ਸਾਲ ਦੀ ਗੱਲ ਕਹੀ ਹੈ ਗੁਰੂ ਸਾਹਿਬ ਨੇ। ਉਹ ਜਾਣਦੇ ਹਨ ਉਹ ਹੀ ਤੇ ਕਦੋਂ ਤੇ ਕਿਸ ਟਾਈਮ ਕਿਸ ਤਰ੍ਹਾਂ ਇਹ ਹੋਣਾ ਹੈ। ਸਮਾਂ ਗੁਰੂ ਸਾਹਿਬ ਨੇ ਇਹਦੇ ਵਿੱਚ ਇਸ ਕਰਨੀ ਨਾਮੇ ਵਿੱਚ ਕੋਈ ਸੰਨ ਦੀ ਕੋਈ ਏਡੀ ਜ਼ਿਆਦੀ ਗੱਲ ਨਹੀਂ ਕਹੀ ਗਈ ਹੈ। 1-2 ਸਾਖੀਆਂ 100 ਸਾਖੀ ਦੀਆਂ ਹਨ, ਉਹਨਾਂ ਦੇ ਵਿੱਚ ਜ਼ਿਕਰ ਆਇਆ ਹੈ। ਆਉਂਦੇ ਹਨ ਤੋਂ ਅੱਗੇ ਉਹ ਜੋ ਰਾਜ ਹੋਊਗਾ ਉਹਦੇ ਵਿੱਚ ਫਿਰ ਕੀ ਪ੍ਰਸਥਿਤੀਆਂ ਹੋਣਗੀਆਂ, ਉਹਦੇ ਵਿੱਚ ਕੀ ਵਿਚਾਰ ਹੋਏਗਾ, ਜਨਤਾ ਦਾ ਭਲਾ, ਜਨਤਾ ਵਾਸਤੇ ਕੀ ਕੁਝ ਕੀਤਾ ਜਾਏਗਾ। ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਹਨ, ਮਾਇਆ ਇਕੱਠੀ ਕਰਕੇ ਦੇਹੋਂ ਲੰਗਰ ਲਾਏ। ਨੰਗਾ ਭੁੱਖਾ ਅਰਥੀਆ ਲੋੜਵੰਦ। ਅਰਥੀ ਦਾ ਭਾਵ ਹੈ ਲੋੜਵੰਦ। ਖਾਲੀ ਕੋਈ ਨਾ ਜਾਏ। ਨਾਨਕ ਆਖੀ ਦੁਕਨ ਦੀਨ ਇਹ ਵਰਤੇਗੀ ਰੀਤ। ਕਰਨੀ ਨਾਮਾ ਜੋ ਪੜੇ ਵਧੇ ਸਾਹਿਬ ਸਿਉ ਪ੍ਰੀਤ। ਦੋਹੀ ਫਿਰੇ ਅਕਾਲ ਕੀ ਨਿੰਦਕ ਟਿਕੇ ਨਾ ਕੋਏ। ਬਨ ਪਰਬਤ ਸਭ ਭਜेंगे। ਜਗਤ ਤੇ ਤਰੇ ਜਗਤ ਮੇ ਜੋਏ। ਸਭ ਤੋਂ ਅਖੀਰਲੀਆਂ ਪੰਕਤੀਆਂ ਜੋ ਕਰਨੀ ਨਾਮਾ ਸਾਹਿਬ ਦੀਆਂ ਹਨ, ਜੋ ਸਾਡੇ ਗੁਰਦੁਆਰਾ ਸਾਹਿਬਾਨ ਵਿੱਚ ਅਰਦਾਸ ਤੋਂ ਉਪਰੰਤ ਪੜ੍ਹੀਆਂ ਜਾਂਦੀਆਂ ਹਨ, ਉਹ ਵੀ ਗੁਰੂ ਪਿਆਰਿਓ ਉਹ ਦੋਨੇ ਪੰਕਤੀਆਂ ਕਰਨੀ ਨਾਮਾ ਸਾਹਿਬ ਦੇ ਅੰਤ ਵਿੱਚ ਹੀ ਅੰਕਿਤ ਹਨ। ਔਰ ਫਰਮਾਨ ਸਾਹਿਬੇ ਕਮਾਲ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਵਾਸਤੇ ਭੱਟ ਸਾਹਿਬਾਨਾਂ ਨੇ ਵੀ ਲਿਖਿਆ ਹੈ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਅੰਮ੍ਰਿਤ ਛਤਰ ਅਮਰਦਾਸ ਗੁਰ ਰਾਮੈ ਦੀਓ। ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ। ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜੁਨ ਪਿਕੋ ਨੈਣ। ਉਹ ਸੱਚੇ ਪਾਤਸ਼ਾਹ ਸੰਸਾਰ ਦਾ ਬੇੜਾ ਬੰਨੇ ਲਾਉਣ ਵਾਲੇ, ਪਾਪਾਂ ਦਾ ਸੁਧਾਰ ਕਰਨ ਵਾਲੇ, ਭੈੜੀ ਬਿਰਤੀ ਦੇ ਮਨੁੱਖਾਂ ਨੂੰ ਸੁਧਾਰਨ ਵਾਸਤੇ ਆਪ ਸਤਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਇੱਕ ਮਨੁੱਖਾ ਦੇਹ ਵਿੱਚ ਹੋ ਕੇ ਵਿਚਰੇ। 70 ਸਾਲ 5 ਮਹੀਨੇ ਕੁਝ ਦਿਨਾਂ ਤੱਕ ਇਹ ਮਨੁੱਖਾ ਦੇਹ ਵਿੱਚ ਆਪ ਸਾਹਿਬ ਪਰਮੇਸ਼ਰ ਵਿਚਰਿਆ। ਉਹ ਸੱਚੇ ਪਾਤਸ਼ਾਹ ਜੀ ਫਰਮਾਨ ਆਪਣੇ ਮੁਖਾਰਬਿੰਦ ਤੋਂ ਕਹਿ ਰਹੇ ਹਨ, ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ। ਖੁਆਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ। ਸੋ ਗੁਰੂ ਪਿਆਰਿਓ, ਇਹ ਸਨ ਸਤਿਗੁਰਾਂ ਦੇ ਬਚਨ, ਜਿਸ ਦਾ ਖੁਲਾਸਾ ਦਾਸ ਨੇ ਆਪਣੇ ਟੁੱਟੇ ਫੁੱਟੇ ਲਫ਼ਜ਼ਾਂ ਨਾਲ, ਜਿਤਨਾ ਦੀ ਰਸਨਾ ਸਤਿਗੁਰੂ ਪਾਤਸ਼ਾਹ ਜੀ ਨੇ ਦਿੱਤੀ ਹੈ, ਜੋ ਮੰਗ ਸਤਿਗੁਰਾਂ ਨੇ ਹਿਰਦੇ ਵਿੱਚ ਪੈਦਾ ਕੀਤੀ ਹੈ, ਉਸ ਮੰਗ ਮੁਤਾਬਕ ਮੈਂ ਆਪ ਜੀ ਨੂੰ ਸਰਵਣ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਦਾਸ ਪਾਸੋਂ ਬੋਲਦਿਆਂ ਇਹ ਆਂਕੜੇ ਦੱਸਦਿਆਂ, ਗੁਰੂ ਸਾਹਿਬ ਜੀ ਦੇ ਪਾਵਨ ਸ਼ਬਦ ਪੜ੍ਹਦਿਆਂ ਹੋਈਆਂ ਸਾਰੀਆਂ ਭੁੱਲਾਂ ਮੇਰੀ ਝੋਲੀ ਪਾ ਦੇਣੀਆਂ। ਆਪ ਗੁਰਮੁਖ ਹੋ, ਆਪ ਸਿਆਣੇ ਹੋ, ਸੰਗਤ ਬਹੁਤ ਸਿਆਣੀ ਸੰਸਾਰ ਦੇ
ਸਾਰੇ ਦੇਸ਼ਾਂ ਵਿੱਚ ਸ਼ਹਿਰਾਂ ਵਿੱਚ ਸਰਵਣ ਕਰਦੀ ਹੈ। ਸੋ ਦਾਸ ਦੀਆਂ ਭੁੱਲਾਂ ਬਖਸ਼ਣੀਆਂ, ਗੁਰੂ ਸਾਹਿਬ ਦੇ ਅੱਛੇ ਬਚਨ ਜੋ ਗੁਰੂ ਸਾਹਿਬ ਨੇ ਸਾਨੂੰ ਬਹੁਤ ਸਮਾਂ ਪਹਿਲਾਂ ਅਲਰਟ ਕੀਤਾ ਹੈ, ਉਸ ਉੱਤੇ ਫੁੱਲ ਚੜਾਉਣ ਦੀ ਕੋਸ਼ਿਸ਼ ਕਰਨੀ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਨੂੰ ਅਵਤਾਰ ਸਿੰਘ ਪਾਸੋਂ ਤੁਸੀਂ ਸਰਵਣ ਕੀਤੇ ਆ। ਸੋ ਸੰਗਤ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਡੇ ਨਾਲ ਜੁੜ ਕੇ ਬਹੁਤ ਆਪਣੇ ਕੀਮਤੀ ਸਮਾਂ ਦਿੱਤਾ। ਹੁਣ ਆਪਾਂ ਬਾਬਾ ਜੀ ਜੋ ਇਹਨਾਂ ਨਾਲ ਵੀ ਜੁੜੇ ਹੋਏ ਆ, ਇਹਨਾਂ ਦਾ ਆਪਸ ਦੇ ਅਸੀਂ ਗੁਰ ਭਾਈ ਹਾਂ ਗੁਰ ਭਾਈ ਦੇ ਗੁਰੂ ਸਾਹਿਬ ਨੇ ਜਾਤ ਪਾਤ ਤਾਂ ਕੋਈ ਆਪਣੀ ਪਹਿਲਾਂ ਤੋਂ ਰੱਖੋ ਹੀ ਨਹੀਂ, ਤੇ ਆਪਣੇ ਇਹ ਦੋਨੇ ਸਿੰਘ ਜਾਣੀ ਕਿ ਗੁਰ ਭਾਈ ਆ, ਇੱਕ ਦੂਜੇ ਨੂੰ ਅਗਵਾਈ ਕਰਦੇ ਆ ਜਦੋਂ ਵੀ ਕੋਈ ਲੋੜ ਪੈਂਦੀ ਆ। ਸੋ ਆਪਾਂ ਬਾਬਾ ਜੀ ਨਾਲ ਇਸ ਟਾਈਮ ਗੱਲ ਕਰਦੇ ਆ। ਇੰਦਰ ਸਿੰਘ ਜੀ ਇਹਨਾਂ ਦਾ ਨਾਂ। ਹੁਣ ਇਹਨਾਂ ਤੋਂ ਕੀ ਆਪਾਂ ਇਤਿਹਾਸ ਬਾਰੇ ਕਿਉਂ, ਜਾਣੀ ਕਿ ਇਹ ਜਿਹੜਾ ਸਿੱਖ ਹੁੰਦਾ, ਸਿੱਖ ਦਾ ਤਾਂ ਹਰ ਟਾਈਮ ਹੀ ਆ ਸਿੱਖਣ ਦਾ। ਸਿੱਖ ਦਾ ਮਤਲਬ ਹੀ ਸਿੱਖਣਾ, ਯਾਨੀ ਕਿ ਜਿੰਨਾ ਕੁ ਵੀ ਜਿਹਨੂੰ ਵੀ ਗਿਆਨ ਹੈਗਾ ਉਹਦੇ ਬਾਰੇ ਆਪਾਂ ਨੂੰ ਉਹ ਜ਼ਰੂਰ ਦੱਸ ਸਕਦੇ ਆ ਵੀ ਗਿਆਨ ਦਾ ਅੰਤ ਤਾਂ ਕਿਤੇ ਹੈ ਨਹੀਂ। ਸੋ ਆਪਾਂ ਬਾਬਾ ਜੀ ਇੰਦਰ ਸਿੰਘ ਨਾਲ ਗੱਲ ਕਰਦੇ ਆ ਵੀ ਇਹ ਆਪਣੇ ਸਿੱਖ ਇਤਿਹਾਸ ਬਾਰੇ ਕੀ ਕਹਿੰਦੇ ਆ। ਭਾਵੇਂ ਬਿਲੋਂਗ ਹਰਿਆਣਾ ਤੋਂ ਕਰਦੇ ਆ, ਤੇ ਪਰ ਵੀ ਇਹ ਇੰਨਾ ਅੱਜ ਇਹਨਾਂ ਦਾ ਪਿਆਰ ਸਤਿਕਾਰ ਦੇਖ ਕੇ ਸਾਨੂੰ ਵੀ ਸਾਰਾ ਆਪਣੇ ਭਰਾ ਹੀ ਆ। ਵੈਸੇ ਹਰਿਆਣਾ ਪੰਜਾਬ ਕੋਈ ਅਲੱਗ ਨਹੀਂ। ਸੋ ਅਸੀਂ ਬਾਬਾ ਜੀ ਨਾਲ ਇਸ ਟਾਈਮ ਗੱਲ ਕਰਦੇ ਹਾਂ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਬਹੁਤ ਵਡਭਾਗੇ ਹੋ ਜਿਨ੍ਹਾਂ ਨੂੰ ਇਹ ਬਚਨ ਕਲਗੀਧਰ ਪਾਤਸ਼ਾਹ ਜੀ ਦੇ ਸੁਣਨ ਵਾਸਤੇ ਮਿਲੇ ਹਨ। ਇਹ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਰਾਮ ਕੰਵਰ ਜੀ, ਗੁਰਬਖਸ਼ ਸਿੰਘ ਜੀ, ਉਹਨਾਂ ਨੂੰ ਬਖਸ਼ੇ ਸਨ ਕਿ ਇਹਨਾਂ ਨੂੰ ਇਕੱਤਰ ਕਰੋ। ਇਹ ਜਿਹੜੀ ਸੌ ਸਾਖੀ ਤੁਸੀਂ ਆਪਦੇ ਕੋਲ ਰੱਖਿਓ। ਉਹਨਾਂ ਨੇ ਉਹ ਸਾਖੀ ਇਕੱਠੇ ਕਰਕੇ ਬਚਨ ਸਾਰੇ ਲਿਖਾ ਕੇ ਤੇ ਪੋਥੀ ਬਣਾਈ, ਉਹਦਾ ਨਾਮ ਸੌ ਸਾਖੀ ਰੱਖਿਆ ਗਿਆ। ਸਾਧ ਸੰਗਤ ਜੀ, ਇਸ ਕਰਕੇ ਇਹਦੇ ਵਿੱਚ ਬਹੁਤ ਅਨਮੁੱਲੇ ਬਚਨ ਹਨ। ਇਹ ਪੋਥੀਆਂ ਸਾਨੂੰ ਬਹੁਤ ਮੁਸ਼ਕਲ ਮਿਲਦੀਆਂ ਹਨ, ਆਮ ਨਹੀਂ ਮਿਲ ਸਕਦੀਆਂ, ਕਿਉਂ ਅਸੀਂ ਇੱਥੇ ਜਿਹੜਾ ਰਾਏਕੋਟ ਦਸਵੇਂ ਪਾਤਸ਼ਾਹ ਜੀ ਦਾ ਗੁਰਦੁਆਰਾ, ਜਿੱਥੇ ਮਹਾਰਾਜ ਜੀ ਨੇ ਦੱਬ ਦਾ ਪੂਟਾ ਪੁੱਟ ਕੇ ਕਿਹਾ ਸੀ ਮੁਗਲ ਰਾਜ ਦੀ ਜੜ ਪੁੱਟ ਦਿੱਤੀ, ਉੱਥੇ ਅਸੀਂ ਗਏ। ਉੱਥੇ ਇਹਨਾਂ ਨੇ ਕਾਫੀ ਗ੍ਰੰਥ ਰੱਖ ਕੇ ਉੱਥੇ ਮਤਲਬ ਲਾਇਆ ਹੋਇਆ ਸੀ ਦੁਕਾਨ, ਇੱਕ ਉਹਦੇ ਬੜੇ ਗ੍ਰੰਥ ਸੀ। ਉੱਥੇ ਬੀਬੀ ਸੀ ਉੱਥੇ, ਇੱਕ ਉਹਨੂੰ ਅਸੀਂ ਪੁੱਛਿਆ ਕਿ ਭੈਣ ਜੀ ਸੌ ਸਾਖੀ ਦਾ ਗ੍ਰੰਥ ਮਿਲ ਸਕਦਾ? ਉਹ ਆਦੀ ਬਾਬਾ ਜੀ ਉਹ ਤਾਂ ਪ੍ਰਾਈਵੇਟ ਨੇ ਗ੍ਰੰਥ, ਉਹ ਨਹੀਂ ਇੱਥੇ ਮਿਲ ਸਕਦੇ। ਇਹ ਆਪੋ ਆਪ ਦੇ ਜਿਹੜੇ ਆ ਇਹਨਾਂ ਗਿਆਨੀ ਪੁਰਖਾਂ ਦੇ ਜਾਂ ਕੋਈ ਸੰਤਾਂ ਮਹਾਂਪੁਰਸ਼ਾਂ ਦੇ, ਉਹ ਆਪਦੇ ਬਣਾ ਕੇ ਆਪਦੇ ਪ੍ਰਚਾਰ ਕੀਤੇ ਆ। ਦਸਵੇਂ ਪਾਤਸ਼ਾਹ ਜੋ ਕੁਝ ਬਚਨ ਕੀਤੇ ਆ ਉਹਨਾਂ ਨੂੰ ਅਸੀਂ ਛੱਡ ਬੈਠੇ ਆ। ਇਹਨਾਂ ਬਦਲੇ ਬਿਲਕੁਲ ਜਿਹੜੀ ਸੌ ਸਾਖੀ ਬਿਲਕੁਲ ਅਸਲ ਤੇ ਬਿਲਕੁਲ ਇਹ ਦਸਵੇਂ ਪਾਤਸ਼ਾਹ ਨੇ ਜੋ ਬਚਨ ਆ ਉਹ ਲੋਹੇ ਤੇ ਲੀਕ ਹੈ, ਉਹ ਨਹੀਂ ਮਿਲ ਸਕਦੇ ਜੀ। ਇਹਨੇ ਬਚਨ ਕਹਿੰਦੇ ਹੋਏ ਕੰਮਾਂ ਦੇ ਜਾਜਕਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਨੀ ਉਹ ਦੂਜਾ ਰਾਜਨਾਮਾ ਸੁਣਾਵਾਂਗੇ। ਰਾਜਨਾਮਾ ਚਲੋ ਰਾਜਨਾਮਾ ਕਰਤਾ ਕੋਈ